इस चैनल को सब्सक्राइब करें और घंटा दबाना ना भूलें। यीशु नाम में शक्ति है, यीशु नाम में मुक्ति है, यीशु नाम में शक्ति है, यीशु नाम में शक्ति है, यीशु नाम में मुक्ति है, यीशु नाम में शक्ति है। जो जपते हैं यीशु नाम वो पाते शांति आराम। हालेलुया। गाए गाए उनकी स्तुति गान, गाए गाए उनकी महिमा गान, गाए गाए उनकी स्तुति गान, गाए गाए उनकी महिमा गान। सारे भैन भरावां नूं जय मसीह दी। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਕਿਰਪਾਲੂ ਮਿਹਰਬਾਨ ਪ੍ਰੇਮੀ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ ਤੇਰੀ ਮਹਿਮਾ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ ਸਰਵ ਵਿਆਪੀ ਪਰਮੇਸ਼ਰ ਹੈ। ਸਾਡੀਆਂ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦੇਣ ਵਾਲਾ ਪ੍ਰੇਮੀ ਪਰਮੇਸ਼ਰ ਹੈ। ਆਪਣੇ ਵਚਨ ਦੇ ਨਾਲ ਸਾਡਾ ਮਾਰਗਦਰਸ਼ਨ ਕਰਨ ਵਾਲਾ ਅਤੇ ਸਾਨੂੰ ਆਪਣੇ ਰਾਹ ਦੇ ਵਿੱਚ ਜੈਵੰਤ ਕਰਕੇ ਸਾਨੂੰ ਚਲਾਉਣ ਵਾਲਾ ਪ੍ਰੇਮੀ ਪਰਮੇਸ਼ਰ ਹੈ। ਅਸੀਂ ਆਪ ਦੇ ਇਸ ਦਿਨ ਦੇ ਲਈ ਔਰ ਆਪ ਦੀ ਭਲਾਈ ਦੇ ਲਈ ਧੰਨਵਾਦ ਕਰਦੇ ਹਾਂ। ਇਸ ਵਚਨ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹਾਂ। ਪਰਮੇਸ਼ਰ ਪਿਤਾ ਸੁਣਨ ਵਾਲੇ ਨੂੰ, ਬੋਲਣ ਵਾਲੇ ਨੂੰ ਆਪਣੀ ਸਮਝ ਦੇ ਨਾਲ ਪਰਮੇਸ਼ਰ ਪਿਤਾ ਆਪ ਦੇ ਸਵਰਗਰਾਜ ਦੀ ਜਿਉਂਦੀ ਆਸ ਦੇ ਵਿੱਚ ਚੱਲਣ ਦੇ ਲਈ ਮਦਦ ਕਰ, ਤਾਂ ਕਿ ਤੇਰੇ ਨਾਮ ਦੀ ਵਡਿਆਈ ਹੋ ਸਕੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਹੈ ਉਸ ਦਾ ਖਾਸ ਮਕਸਦ ਮੇਰੇ ਕੋਲ ਹੈ। ਉਸ ਦਾ ਮਕਸਦ ਇਹ ਹੈ ਕਿ ਸਾਡੇ ਜੀਵਨ 'ਚ ਕੁਝ ਅਧਿਕਾਰ ਦਿੱਤੇ ਗਏ ਹਨ। ਅਸੀਂ ਉਸ ਦਾ ਅਧਿਕਾਰ ਦਾ ਇਸਤੇਮਾਲ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਕਰਦੇ ਹਾਂ। ਇੱਕ ਕਰਮਚਾਰੀ ਨੂੰ ਅਧਿਕਾਰ ਹੈ, ਇੱਕ ਬੌਸ ਕੋਲ ਅਧਿਕਾਰ ਹੈ, ਇੱਕ ਪਤਨੀ ਕੋਲ ਅਧਿਕਾਰ ਹੈ, ਇੱਕ ਪਤੀ ਕੋਲ ਅਧਿਕਾਰ ਹੈ, ਇੱਕ ਬੱਚੇ ਕੋਲ ਅਧਿਕਾਰ ਹੈ। ਹਰ ਇੱਕ ਕੋਲ ਕੋਈ ਨਾ ਕੋਈ ਅਧਿਕਾਰ ਹੈ, ਪਰ ਉਹ ਉਸ ਅਧਿਕਾਰ ਦਾ ਇਸਤੇਮਾਲ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਕਰਦਾ ਹੈ। ਪ੍ਰਭੂ ਯਿਸੂ ਮਸੀਹ ਦੇ ਦਿੱਤੇ ਅਧਿਕਾਰ ਦਾ ਸਹੀ ਇਸਤੇਮਾਲ ਕਰਨਾ ਅੱਜ ਦਾ ਵਿਸ਼ਾ ਹੈ। ਪ੍ਰਭੂ ਯਿਸੂ ਮਸੀਹ ਦੇ ਦਿੱਤੇ ਅਧਿਕਾਰ ਦਾ ਸਹੀ ਇਸਤੇਮਾਲ ਕਰਨਾ। ਬਹੁਤੇ ਲੋਕ ਅੱਜ ਇਸ ਅਧਿਕਾਰ ਨੂੰ ਨਹੀਂ ਸਮਝ ਪਾ ਰਹੇ। ਉਹ ਆਪਣੀ ਇੱਛਾ ਦੇ ਨਾਲ, ਆਪਣੀ ਸਮਝ ਦੇ ਨਾਲ, ਆਪਣੀ ਬੁੱਧ ਦੇ ਨਾਲ ਚੱਲਣਾ ਮੰਗਦੇ ਆ, ਬਟ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ ਉਸ ਦੇ ਉੱਤੇ ਉਹਨਾਂ ਦਾ ਕੋਈ ਧਿਆਨ ਨਹੀਂ ਹੈ। ਅੱਜ ਦਾ ਵਚਨ ਮੇਰਾ ਜੋ ਹੈ ਅਧਿਕਾਰ ਦੇ ਉੱਤੇ, ਉਹ ਰਸੂਲਾਂ ਦੇ ਕਰਤੱਵ 3 ਅਧਿਆਏ ਉਸ ਦੀ 6 ਆਇਤ ਦੇ ਵਿੱਚੋਂ ਮੈਂ ਲਿਆ ਹੈ। ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਤਦ ਪਤਰਸ ਨੇ ਕਿਹਾ, ਚਾਂਦੀ ਅਤੇ ਸੋਨਾ ਤਾਂ ਮੇਰੇ ਕੋਲ ਨਹੀਂ ਹੈ, ਪਰ ਜੋ ਮੇਰੇ ਕੋਲ ਹੈ ਉਹ ਮੈਂ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਚੱਲ। ਇੱਥੇ ਅਧਿਕਾਰ ਦੀ ਗੱਲ ਕੀਤੀ ਗਈ ਹੈ। ਇਹ ਅਧਿਕਾਰ ਕੋਈ ਆਮ ਗੱਲ ਨਹੀਂ ਹੈ। ਇਹ ਅਧਿਕਾਰ ਪਰਮੇਸ਼ਵਰ ਪੁੱਤਰ ਪ੍ਰਭੂ ਯਿਸੂ ਮਸੀਹ ਵੱਲੋਂ ਚੇਲਿਆਂ ਨੂੰ ਦਿੱਤਾ ਗਿਆ। ਅਗਰ ਅਸੀਂ ਇਸ ਗੱਲ ਨੂੰ ਸਮਝਣਾ ਹੈ ਤਾਂ ਸਾਨੂੰ ਮਤੀ ਦੀ ਅੰਜੀਲ ਉਸ ਦਾ 28 ਅਧਿਆਏ ਉਸ ਦੀ 18 ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਦੇ ਉੱਤੇ ਪ੍ਰਭੂ ਯਿਸੂ ਮਸੀਹ ਜੀ ਚੇਲਿਆਂ ਨੂੰ ਅਧਿਕਾਰ ਦਿੰਦੇ ਹੋਏ ਨਜ਼ਰ ਆਉਂਦੇ ਆ। ਇੱਥੇ 18 ਆਇਤ ਨੂੰ ਜਦੋਂ ਮੈਂ ਪੜ੍ਹਦਾ ਹਾਂ, 28 ਦੀ 18, ਤਾਂ ਲਿਖਿਆ ਹੈ, ਯਿਸੂ ਨੇ ਉਹਨਾਂ ਕੋਲ ਆ ਕੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਇਹ ਅਧਿਕਾਰ ਚੇਲਿਆਂ ਕੋਲ ਆਇਆ ਕਦੋਂ? ਸਵਾਲ ਇਹ ਹੈ। ਔਰ ਚੇਲਿਆਂ ਨੂੰ ਇਹ ਸਮਝ ਕਦੋਂ ਖੁੱਲੀ ਕਿ ਅਸੀਂ ਇਸ ਦਾ ਇਸਤੇਮਾਲ ਕਦੋਂ ਤੇ ਕਿੱਦਾਂ ਕਰਨਾ ਹੈ? ਇਸ ਚੀਜ਼ ਦੇ ਉੱਤੇ ਬਹੁਤ ਵੱਡਾ
ਖੁਲਾਸਾ ਅਤੇ ਭੇਤ ਹੈ। ਪ੍ਰਭੂ ਯਿਸੂ ਮਸੀਹ ਜਦੋਂ ਬੱਦਲਾਂ ਦੇ ਉੱਤੇ ਜਾਣ ਵਾਲੇ ਸੀ, ਚੇਲਿਆਂ ਨੂੰ ਇਹ ਅਖਤਿਆਰ ਦਿੱਤੇ ਗਏ। ਇਹਨੂੰ ਕਹਿੰਦੇ ਆ ਹੋਲੀ ਕਮਿਸ਼ਨ। ਉਹ ਅਧਿਕਾਰ ਜਿਹੜਾ ਸੰਸਾਰ ਨੂੰ ਨਹੀਂ ਦਿੱਤਾ ਗਿਆ, ਸਿਰਫ ਪ੍ਰਭੂ ਦੇ ਭੈ ਮੰਨਣ ਵਾਲਿਆਂ ਨੂੰ, ਉਹਦਾ ਅਨੁਸਰਨ ਕਰਨ ਵਾਲਿਆਂ ਨੂੰ, ਉਹਦੇ ਪ੍ਰਤੀ ਜੋ ਸਮਰਪਿਤ ਆ ਉਹਨਾਂ ਨੂੰ ਜਿਨ੍ਹਾਂ ਨੇ ਕਲਵਰੀ ਕਰੂਸ ਦੇ ਉੱਤੇ ਦਿੱਤੇ ਹੋਏ ਮਸੀਹ ਦੇ ਉੱਤੇ ਸੰਪੂਰਨਤਾ ਦੇ ਨਾਲ ਵਿਸ਼ਵਾਸ ਕੀਤਾ ਹੈ ਕਿ ਪ੍ਰਭੂ ਯਿਸੂ ਮਸੀਹ ਮੇਰੇ ਲਈ ਮਾਰੇ ਗਏ, ਗੱਡੇ ਗਏ ਅਤੇ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ, ਉਹ ਮੇਰੇ ਪ੍ਰਭੂ ਹੈ। ਉਹਨਾਂ ਦੇ ਜੀਵਨ ਦੇ ਵਿੱਚ ਇਹ ਅਧਿਕਾਰ ਹੈ। ਜਿਨ੍ਹਾਂ ਨੇ ਨਵਾਂ ਜਨਮ ਪਾ ਲਿਆ ਹੈ, ਜਿਨ੍ਹਾਂ ਨੇ ਨਵੇਂ ਜਨਮ ਦੇ ਨਾਲ ਆਪਣੇ ਜੀਵਨ ਨੂੰ ਪਰਮੇਸ਼ਵਰ ਦੇ ਅੱਗੇ ਉਹਦੇ ਪੁੱਤਰ ਦੇ ਨਿਮਿਤ ਦੇ ਦਿੱਤਾ ਹੈ, ਉਹਨਾਂ ਨੂੰ ਇਹ ਅਧਿਕਾਰ ਹੈ। ਪਿਤਾ ਪੁੱਤਰ ਨੂੰ ਅਧਿਕਾਰ ਦਿੰਦਾ ਹੈ ਤਾਂ ਪੁੱਤਰ ਕਰਦਾ ਹੈ ਔਰ ਉਹ ਉਸ ਦਾ ਅਧਿਕਾਰੀ ਬਣਦਾ ਹੈ। ਜੇ ਪੁੱਤਰ ਅਧਿਕਾਰ ਦਿੰਦਾ ਹੈ ਤਾਂ ਅਸੀਂ ਉਸ ਵਸਤ ਦੇ, ਉਸ ਗੱਲ ਦੇ ਅਧਿਕਾਰੀ ਹੁੰਦੇ ਹਾਂ। ਇਹ ਅਧਿਕਾਰ ਸੌਂਪਿਆ ਗਿਆ ਹੈ। ਜੇ ਅਸੀਂ ਉਸ ਦੇ ਪ੍ਰਤੀ ਵਫਾਦਾਰੀ ਨਾਲ ਚੱਲ ਰਹੇ ਹਾਂ ਤਾਂ ਉਹ ਅਧਿਕਾਰ ਸਾਡੇ ਕੋਲ ਰਹਿੰਦਾ ਹੈ, ਉਸ ਨੂੰ ਕੋਈ ਖੋਹ ਨਹੀਂ ਸਕਦਾ। ਜੇ ਅਸੀਂ ਉਸ ਅਧਿਕਾਰ ਦੇ ਪ੍ਰਤੀ ਵਫਾਦਾਰੀ ਨਾਲ ਨਹੀਂ ਰਹਿੰਦੇ ਹਾਂ, ਚੱਲਦੇ ਨਹੀਂ ਹਾਂ, ਉਸ ਨੂੰ ਸਮਝਦੇ ਨਹੀਂ ਹਾਂ, ਉਸ ਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹਾਂ, ਤਾਂ ਉਹ ਅਧਿਕਾਰ ਜੋ ਮੈਨੂੰ ਦਿੱਤਾ ਗਿਆ ਹੈ ਖੋਹ ਲਿੱਤਾ ਜਾਏਗਾ। ਜਿਸ ਤਰ੍ਹਾਂ ਸ਼ਾਊਲ ਨੂੰ ਰਾਜੇ ਦਾ ਅਧਿਕਾਰ ਦਿੱਤਾ ਗਿਆ, ਉਹ ਉਸ ਤੇ ਬਣਿਆ ਨਹੀਂ ਰਿਹਾ ਤਾਂ ਉਸ ਤੋਂ ਖੋਹ ਲਿਆ ਗਿਆ। ਪਰਮੇਸ਼ਰ ਖੋਹ ਲੈਂਦਾ ਹੈ। ਇਸ ਲਈ ਉਹ ਪਰਮੇਸ਼ਰ ਸਰਬ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਉਹ ਮੈਨੂੰ ਅਤੇ ਆਪ ਨੂੰ ਇਸ ਦੁਨੀਆ ਦੇ ਵਿੱਚ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਅਧਿਕਾਰ ਦਿੰਦਾ ਹੈ ਸਵਰਗ ਅਤੇ ਪ੍ਰਿਥਵੀ ਦਾ। ਉਸ ਅਧਿਕਾਰ ਦੇ ਵਿੱਚ ਕੀ ਹੈ? ਜਦੋਂ ਅਸੀਂ ਰਸੂਲਾਂ ਦੇ ਕਰਤੱਵ ਉਸ ਦਾ 1:8 ਪੜ੍ਹਦੇ ਹਾਂ ਤਾਂ ਉਹ ਅਧਿਕਾਰ ਉਹ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਨਜ਼ਰ ਆਉਂਦਾ ਹੈ। ਇਹ ਰਸੂਲਾਂ ਦੇ ਕਰਤੱਵ 1:8 ਦੇ ਵਿੱਚ ਲਿਖਿਆ ਹੈ, ਪਰ ਜਦ ਤੁਸੀਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸਾਮਰਥ ਪਾਓਗੇ। ਇਹ ਅਧਿਕਾਰ ਹੈ ਸਾਮਰਥ ਦਾ, ਇਹ ਅਧਿਕਾਰ ਹੈ ਸ਼ਕਤੀ ਦਾ। ਉਹ ਇੰਟਰਨਲ ਹੈ, ਉਹ ਮਸੀਹ ਯਿਸੂ ਦੇ ਨਾਲ ਹੈ। ਜਦ ਤੱਕ ਅਸੀਂ ਉਸ ਅਧਿਕਾਰ ਨੂੰ, ਉਸ ਸਾਮਰਥ ਨੂੰ ਜੋ ਮਸੀਹ ਯਿਸੂ ਦੇ ਉੱਤੇ ਵਿਸ਼ਵਾਸ ਕਰਨ ਦੇ ਨਾਲ ਮਿਲਦੇ ਹਾਂ, ਉਸ ਦਾ ਸਹੀ ਉਪਯੋਗ ਨਹੀਂ ਕਰਦੇ ਤਾਂ ਸਾਡੇ ਕੋਲ ਉਹ ਸਾਮਰਥ ਕਿਰਿਆਸ਼ੀਲ ਨਹੀਂ ਹੁੰਦੀ ਹੈ। ਅਸੀਂ ਜਿੰਨੇ ਵੀ ਪ੍ਰਯਾਸ ਕਰ ਲਈਏ, ਜਿੰਨੀਆਂ ਵੀ ਕੋਸ਼ਿਸ਼ਾਂ ਕਰ ਲਈਆਂ, ਨਿਸਫਲ ਹੁੰਦੀਆਂ ਜਾਂਦੀਆਂ ਨੇ। ਪਰ ਮੇਰੇ ਅਤੇ ਆਪ ਦੇ ਕੋਲ ਮਸੀਹ ਯਿਸੂ ਦਾ ਅਧਿਕਾਰ, ਚੇਲਿਆਂ ਨੇ ਇਹੀ ਅਧਿਕਾਰ ਸਾਮਰਥ ਦੇ ਨਾਲ ਇਸਤੇਮਾਲ ਕੀਤਾ ਹੈ। ਜਦੋਂ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਉਤਰਿਆ, ਉਹ ਸਾਮਰਥ ਆਈ ਹੈ। ਉਹ ਸਾਮਰਥ ਦਾ ਇਸਤੇਮਾਲ ਉਹਨਾਂ ਨੇ ਸਵਰਗ ਅਤੇ ਧਰਤੀ ਦੇ ਉੱਤੇ ਇਸ ਦਾ ਇਸਤੇਮਾਲ ਕੀਤਾ ਗਿਆ। ਮੈਂ ਇਸ ਭੇਤ ਨੂੰ ਹੋਰ ਵੀ ਜ਼ਿਆਦਾ ਆਪ ਦੇ ਨਾਲ ਗਹਿਰਾਈ ਦੇ ਵਿੱਚ ਖੋਲ੍ਹਦਾ ਹਾਂ। ਜਦੋਂ ਅਸੀਂ ਮਤੀ ਦੀ ਅੰਜੀਲ 16 ਅਧਿਆਏ ਉਸ ਦੀ 18 ਆਇਤ 16 ਅਧਿਆਏ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਉਹ 19 ਆਇਤ ਨੂੰ ਕਹਿੰਦਾ, ਮੈਂ 18 ਤੋਂ ਪੜਾਂਗਾ, 18 ਤੇ 19, ਅਤੇ ਮੈਂ ਤੈਨੂੰ ਕਹਿੰਦਾ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਅਧੋਲੋਕ ਦੇ ਫਾਟਕ ਉਸ ਤੇ ਪ੍ਰਬਲ ਨਾ ਹੋਣਗੇ। ਮੈਂ ਤੈਨੂੰ ਸਵਰਗ ਦੀਆਂ ਕੁੰਜੀਆਂ ਦੇਵਾਂਗਾ। ਜੋ ਕੁਝ ਤੂੰ ਧਰਤੀ ਤੇ ਬੰਨੇਗਾ ਸਵਰਗ ਤੇ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਪ੍ਰਿਥਵੀ ਤੇ ਖੋਲੇਗਾ ਸਵਰਗ ਤੇ ਖੋਲੇਗਾ। ਇਹਦਾ ਮਤਲਬ ਧਰਤੀ ਤੇ, ਸਵਰਗ ਅਤੇ ਧਰਤੀ ਦਾ ਅਖਤਿਆਰ ਮੈਨੂੰ ਦਿੱਤਾ। ਇਹਦਾ ਮਤਲਬ ਧਰਤੀ ਦੇ ਉੱਤੇ ਪਰਮੇਸ਼ਰ ਪੁੱਤਰ ਦੀ ਕੰਮ ਕਰਨ ਦੀ ਸਾਮਰਥ ਮੈਨੂੰ ਉਸ ਦੇ ਪਵਿੱਤਰ ਆਤਮਾ ਦੇ, ਉਸ ਦੇ ਪਵਿੱਤਰ ਵਚਨ ਦੇ ਵਿੱਚ ਮੈਨੂੰ ਮਿਲਦੀ ਹੈ।
ਜਦੋਂ ਮੈਂ ਪ੍ਰਾਰਥਨਾ ਕਰਦਾ ਹਾਂ, ਜਦੋਂ ਮੈਂ ਪ੍ਰਾਰਥਨਾ ਅਧਿਕਾਰ ਦੇ ਨਾਲ ਕਰਦਾ ਹਾਂ, ਤਾਂ ਪਰਮੇਸ਼ਰ ਦੀ ਸਾਮਰਥ, ਪਰਮੇਸ਼ਰ ਦੀ ਸ਼ਕਤੀ ਮੇਰੇ ਜੀਵਨ ਦੇ ਵਿੱਚ ਉਸ ਪ੍ਰਾਰਥਨਾ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਵਿੱਚ ਕਿਰਿਆਸ਼ੀਲ ਹੁੰਦੀ ਹੈ। ਕਿਉਂਕਿ ਇੱਥੇ ਪਤਰਸ ਨੇ ਉਸ ਗੱਲ ਦਾ ਇਸਤੇਮਾਲ ਕੀਤਾ। ਉਸਨੇ ਕਿਹਾ, ਨਾ ਤਾਂ ਸਾਡੇ ਕੋਲ ਸੋਨਾ ਹੈ, ਨਾ ਸਾਡੇ ਕੋਲ ਚਾਂਦੀ ਹੈ, ਅਸੀਂ ਯਿਸੂ ਮਸੀਹ ਦੇ ਨਾਮ ਨਾਲ ਕਹਿੰਦੇ ਹਾਂ, ਚੱਲ ਫਿਰ। ਇਹਦਾ ਮਤਲਬ ਪਰਮੇਸ਼ਵਰ ਦਾ ਵਚਨ ਜਿਹੜੇ ਅੱਖਾਂ ਤੋਂ ਅੰਨੇ ਹੋ ਚੁੱਕੇ ਆ, ਜਿਹੜੇ ਬਾਡੀ ਦੇ ਵਿੱਚ ਪੈਰਾਲਾਈਜ਼ ਹੋ ਚੁੱਕੇ ਆ, ਜਿਨ੍ਹਾਂ ਦੇ ਹੱਥ ਕਮਜ਼ੋਰ ਹੋ ਚੁੱਕੇ ਹੈ, ਜਿਨ੍ਹਾਂ ਦੇ ਪੈਰ ਲਾਚਾਰ ਹੋ ਚੁੱਕੇ ਹੈ, ਜਿਨ੍ਹਾਂ ਦੀ ਪਿੱਠ ਕਮਜ਼ੋਰ ਹੋ ਚੁੱਕੀ ਹੈ, ਜਿਨ੍ਹਾਂ ਦੀ ਕਮਰ ਮਰ ਚੁੱਕੀ ਹੈ, ਉਹਨਾਂ ਨੂੰ ਪਰਮੇਸ਼ਰ ਆਪਣੇ ਵਚਨ ਦੀ ਸਾਮਰਥ ਦੇ ਨਾਲ ਦ੍ਰਿੜ ਕਰ ਦਿੰਦਾ ਹੈ, ਮਜ਼ਬੂਤ ਕਰ ਦਿੰਦਾ ਹੈ। ਵਟ ਕਿ ਮੇਰੇ ਜੀਵਨ 'ਚ ਮੈਂ ਇੱਕ ਵਿਸ਼ਵਾਸੀ ਹਾਂ, ਮੈਂ ਉਸ ਸਾਮਰਥ ਦਾ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਕਰ ਰਿਹਾ ਹਾਂ ਜਾਂ ਨਹੀਂ। ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ, ਕਿਸ ਗੱਲ ਦੇ ਲਈ ਕਰਦੇ ਹਾਂ? ਮੈਨੂੰ ਬਾਹਰ ਦਾ ਵੀਜ਼ਾ ਮਿਲ ਜਾਏ, ਪ੍ਰਭੂ ਯਿਸੂ ਮਸੀਹ ਦਾ ਅਧਿਕਾਰ ਕਿਸ ਤਰ੍ਹਾਂ ਇਸਤੇਮਾਲ, ਮੈਨੂੰ ਪੈਸਾ ਮਿਲ ਜਾਏ, ਮੈਨੂੰ ਅੱਛੀ ਨੌਕਰੀ ਮਿਲ ਜਾਏ, ਮੇਰੇ ਵਿਆਹ ਦੇ ਵਿੱਚ ਇੱਕ ਅੱਛੀ ਮੇਰੀ ਸੁੰਦਰ ਪਤਨੀ ਮਿਲ ਜਾਏ, ਜਾਂ ਇੱਕ ਅੱਛਾ ਪਤੀ ਮਿਲ ਜਾਏ। ਮਤਲਬ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਅਸੀਂ ਪ੍ਰਭੂ ਦੇ ਕੋਲੋਂ ਮੰਗਦੇ ਹਾਂ, ਮਨ ਤੋਂ ਮੰਗਦੇ ਹਾਂ, ਵਚਨ ਤੋਂ ਨਹੀਂ ਮੰਗਦੇ, ਜਿਸ ਵਚਨ ਦੇ ਵਿੱਚ ਪਰਮੇਸ਼ਵਰ ਨੇ ਆਪਣੀ ਸਾਮਰਥ ਦਿੱਤੀ ਹੈ। ਜਵਾਬ ਦੇਣ ਵਾਲਾ ਪਰਮੇਸ਼ਵਰ ਦਾ ਵਚਨ ਹੈ। ਪ੍ਰਭੂ ਦੇ ਘਰ ਦੇ ਵਿੱਚ ਬਹੁਤ ਸਾਰੇ ਜਦੋਂ ਪ੍ਰਭੂ ਦ੍ਰਿਸ਼ਟਾਂਤ ਦਿੰਦਾ ਹੈ ਤਾਂ ਉਹ ਕਹਿੰਦਾ ਹੈ, ਕੁਝ ਮਜ਼ਦੂਰ ਬਾਹਰ ਖੜੇ ਸੀ, ਸ਼ਾਮ ਦਾ ਵੇਲਾ ਹੋ ਚੁੱਕਾ ਸੀ। ਉਸਨੇ ਕਿਹਾ, ਤੁਸੀਂ ਵਿਹਲੇ ਕਿਉਂ ਖੜੇ ਹੋ, ਆਓ ਮੇਰੇ ਖੇਤ ਵਿੱਚ ਕੰਮ ਕਰੋ। ਇਹਦਾ ਮਤਲਬ ਜਦੋਂ ਉਹ ਸੱਦ ਰਿਹਾ ਹੈ ਤਾਂ ਖੇਤ ਦੇ ਵਿੱਚ ਕੰਮ ਕਰਨ ਦੇ ਲਈ ਉਹ ਸਾਮਰਥ ਨੂੰ ਵੀ ਦੇ ਰਿਹਾ ਕਿ ਤੁਸੀਂ ਆਪਣਾ ਪ੍ਰਤੀਫਲ ਪ੍ਰਾਪਤ ਕਰ ਸਕੋ। ਅਸੀਂ ਨਾ ਤਾਂ ਉਸ ਸਾਮਰਥ ਨੂੰ ਸਮਝ ਪਾ ਰਹੇ ਹਾਂ, ਨਾ ਅਸੀਂ ਉਸ ਕਾਰਜ ਨੂੰ ਸਮਝ ਪਾ ਰਹੇ ਹਾਂ। ਸਾਡੀ ਪ੍ਰਾਰਥਨਾ ਸੰਸਾਰਿਕ ਪ੍ਰਾਰਥਨਾ ਹੋ ਜਾਂਦੀ ਹੈ, ਜਿਸ ਦਾ ਉੱਤਰ ਸਾਨੂੰ ਸਾਡੇ ਜੀਵਨ ਦੇ ਵਿੱਚ ਸਾਮਰਥ ਦੇ ਨਾਲ ਨਹੀਂ ਮਿਲਦਾ। ਜਦੋਂ ਅਸੀਂ ਪ੍ਰਾਰਥਨਾ ਨੂੰ ਪਰਮੇਸ਼ਵਰ ਦੇ ਵਚਨ ਦੇ ਨਾਲ ਕਰਨਾ ਸ਼ੁਰੂ ਕਰਦੇ ਹਾਂ, ਪਰਮੇਸ਼ਵਰ ਦੇ ਵਚਨ ਦੇ ਨਾਲ ਅਧਿਕਾਰ ਦੇ ਵਿੱਚ ਕਰਨਾ ਸ਼ੁਰੂ ਕਰਦੇ ਹਾਂ, ਤਾਂ ਉਸ ਦਾ ਪ੍ਰਤੀ ਉੱਤਰ ਮੇਰੇ ਜੀਵਨ ਦੇ ਵਿੱਚ ਯਕੀਨਨ ਆਉਂਦਾ ਹੈ। ਪਰਮੇਸ਼ਵਰ ਦੀ ਸਾਮਰਥ ਨਾਲ ਇਸ ਧਰਤੀ ਦੇ ਫਿਰ ਅਸੀਂ ਉਸ ਦੇ ਗਵਾਹ ਬਣਦੇ ਹਾਂ। ਇਹ ਈਸ਼ਵਰੀਏ ਭੇਤ ਹੈ। ਇਹ ਧਰਤੀ ਉੱਤੇ ਉਹ ਅਧਿਕਾਰ ਅਤੇ ਸ਼ਕਤੀ ਦਾ ਇਸਤੇਮਾਲ ਕਰਨਾ ਹੈ। ਸਾਡੀ ਸ਼ਕਤੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹੈ। ਇਹ ਸੰਪਤੀਆਂ ਤੇ ਧਨ ਦੇ ਰੂਪ ਵਿੱਚ ਨਹੀਂ ਲੈਣਾ ਚਾਹੀਦਾ ਹੈ। ਪ੍ਰਭੂ ਨੇ ਅਧਿਕਾਰ ਦੇ ਵਿੱਚ ਜਦੋਂ ਗੱਲ ਕੀਤੀ ਹੈ ਤਾਂ ਯਹੋਨਾ ਆਪਣੇ ਪੱਤਰੀ ਦੇ ਵਿੱਚ ਇਸ ਦਾ ਖੁਲਾਸਾ ਸਾਡੇ ਵਿੱਚ ਕਰਦਾ ਹੈ। ਜਦੋਂ ਪਹਿਲਾ ਯਹੋਨਾ ਉਸ ਦਾ ਅਸੀਂ 5 ਅਧਿਆਏ ਉਸ ਦਾ 13 ਵਚਨ ਤੋਂ ਮੈਂ ਪੜ੍ਹਦਾ ਹਾਂ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਹੈ ਕਿ ਇਹ ਕਿਸ ਗੱਲ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ। ਕਹਿੰਦਾ ਹੈ, ਮੈਂ ਤੁਹਾਨੂੰ ਜੋ ਪਰਮੇਸ਼ਰ ਦੇ ਪੁੱਤਰ ਤੇ ਵਿਸ਼ਵਾਸ ਕਰ ਲੈਂਦੇ ਹਨ ਜਾਂ ਵਿਸ਼ਵਾਸ ਕਰਦੇ ਹੋ, ਇਸ ਲਈ ਲਿਖਿਆ ਕਿ ਤੁਸੀਂ ਜਾਣੋ ਕਿ ਸਦਾ ਦਾ ਜੀਵਨ ਤੁਹਾਡਾ ਹੈ। ਅਤੇ ਅਸੀਂ ਉਸ ਦੇ ਸਾਹਮਣੇ ਜੋ ਦਲੇਰੀ ਰੱਖਦੇ ਹਾਂ, ਹੌਸਲਾ ਰੱਖਦੇ ਹਾਂ, ਤਾਂ ਉਹ ਇਹ ਹੈ ਕਿ ਜੇ ਅਸੀਂ ਉਸ ਦੀ ਇੱਛਾ ਦੇ ਅਨੁਸਾਰ ਕੁਝ ਮੰਗਦੇ। ਕਿਸ ਦੀ ਇੱਛਾ ਦੇ ਅਨੁਸਾਰ? ਪਰਮੇਸ਼ਵਰ ਦੀ ਇੱਛਾ। ਮੈਂ ਜ਼ਿਆਦਾਤਰ ਜੋ ਪ੍ਰਾਰਥਨਾ ਸੁਣਦਾ ਹਾਂ, ਇਹ ਚੀਜ਼ ਮੈਂ ਪਰਮੇਸ਼ਵਰ ਦੇ ਅਧਿਕਾਰ ਦਾ ਇਸਤੇਮਾਲ ਹੁੰਦਾ ਹੀ ਨਹੀਂ ਦੇਖਦੇ। ਉਹਦੇ 'ਚ ਪਰਮੇਸ਼ਵਰ ਦੀ ਇੱਛਾ
ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਮੰਗਦੇ ਦੇਖਦੇ ਨਹੀਂ। ਪ੍ਰਭੂ ਜੀ ਮੈਨੂੰ ਆ ਦੇ ਦੇ, ਪ੍ਰਭੂ ਜੀ ਮੇਰੇ ਕੋਲ ਆ ਹੋਵੇ, ਪ੍ਰਭੂ ਜੀ ਮੇਰੇ ਇਸ ਸੰਸਾਰ ਦਾ ਈਸ਼ਵਰ ਬਹੁਤ ਚਾਲਾਕ ਹੈ। ਬਹੁਤ ਚਾਲਾਕੀ ਦੇ ਨਾਲ ਸਾਡੇ ਕੋਲੋਂ ਪਰਮੇਸ਼ਰ ਦੀ ਸਾਮਰਥ ਦੇ ਅਧਿਕਾਰ ਨੂੰ ਦੂਰ ਕਰ ਦਿੰਦਾ ਹੈ ਅਤੇ ਉਹ ਪ੍ਰਾਰਥਨਾ ਉਸ ਜਗ੍ਹਾ ਤੱਕ ਪਹੁੰਚਦੀ ਹੀ ਨਹੀਂ ਹੈ। ਫਿਰ ਉੱਤਰ ਹੀ ਨਹੀਂ ਮਿਲਦਾ। ਉੱਤਰ ਤਾਂ ਉਦੋਂ ਮਿਲੇਗਾ ਜਦੋਂ ਅਸੀਂ ਉਸ ਦੇ ਅਧਿਕਾਰ ਦਾ ਸਹੀ ਸਦਉਪਯੋਗ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਇੱਛਾ ਦੇ ਨਾਲ ਯਿਸੂ ਮਸੀਹ ਦੇ ਵਿੱਚ ਕਰਾਂਗੇ ਤਾਂ ਹੋਵੇਗਾ। ਯਹੋਨਾ ਇਹੀ ਕਹਿ ਰਿਹਾ। ਪਤਰਸ ਨੇ ਇਸੇ ਗੱਲ ਦਾ ਪ੍ਰਗਟੀਕਰਨ ਰਸੂਲਾਂ ਦੇ ਕਰਤੱਵ 3 ਅਧਿਆਏ ਦੇ ਵਿੱਚ ਕੀਤਾ। ਜਦੋਂ ਅਸੀਂ ਉਸ ਦੀ 16 ਆਇਤ ਪੜ੍ਹਦੇ ਹਾਂ ਤਾਂ ਇੱਥੇ ਪਤਰਸ ਕਹਿੰਦਾ ਉਸ ਦੇ ਨਾਮ ਨੇ, ਕਿਸ ਦੇ ਨਾਮ ਨੇ? ਯਿਸੂ ਮਸੀਹ ਦੇ ਨਾਮ ਨੇ, ਉਸ ਵਿਸ਼ਵਾਸ ਦੇ ਰਾਹੀਂ ਜੋ ਉਸ ਦੇ ਨਾਮ ਉੱਤੇ ਹੈ, ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਦੇਖਦੇ ਹੋ ਤੇ ਜਾਣਦੇ ਵੀ ਹੋ ਤਾਕਤ ਦਿੱਤੀ ਹੈ, ਸਾਮਰਥ ਦਿੱਤੀ ਹੈ ਅਤੇ ਉਸ ਹੀ ਵਿਸ਼ਵਾਸ ਨੇ ਉਸ ਦੇ ਰਾਹੀਂ ਇਸ ਨੂੰ ਤੁਹਾਡੇ ਸਭਨਾਂ ਦੇ ਸਾਹਮਣੇ ਬਿਲਕੁਲ ਭਲਾ ਚੰਗਾ ਕੀਤਾ ਹੈ। ਅੱਜ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਜੋ ਵੀ ਕੰਮ ਹੈ, ਜੋ ਵੀ ਸਾਡੇ ਬੋਝ ਹੈ, ਜੋ ਵੀ ਸਾਡੀਆਂ ਚਿੰਤਾਵਾਂ ਹੈ, ਉਸ ਨੂੰ ਵਿਸ਼ਵਾਸ ਦੇ ਅਧਿਕਾਰ ਦੇ ਨਾਲ ਪਰਮੇਸ਼ਰ ਦੀ ਇੱਛਾ ਦੇ ਸਨਮੁਖ, ਉਸ ਦੀ ਇੱਛਾ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਕਰਾਂਗੇ ਤਾਂ ਪਿਆਰੋ ਲਿਖਿਆ ਹੈ ਉਸ ਦਾ ਪ੍ਰਤੀਤਰ ਹੈ। ਕਿਉਂਕਿ ਉਹ ਕੀ ਕਹਿੰਦਾ ਹੈ? ਜੇ ਅਸੀਂ ਉਸ ਦੀ ਇੱਛਾ ਦੇ ਅਨੁਸਾਰ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ। ਸੁਣਦਾ ਨਹੀਂ, ਅੱਗੇ 15 ਦੇ ਵਿੱਚ ਕਹਿੰਦਾ ਹੈ, ਪਹਿਲਾ ਯਹੋਨਾ 15:5 ਦੇ ਵਿੱਚ, ਜਦ ਅਸੀਂ ਜਾਣਦੇ ਹਾਂ ਜੋ ਕੁਝ ਅਸੀਂ ਮੰਗਦੇ ਹਾਂ ਉਹ ਸਾਡੀ ਸੁਣਦਾ, ਤਾਂ ਇਹ ਵੀ ਜਾਣਦੇ ਹਾਂ ਜੋ ਕੁਝ ਅਸਾਂ ਨੇ ਉਸ ਤੋਂ ਮੰਗਿਆ ਉਹ ਪਾਇਆ ਹੈ। ਜੋ ਕੁਝ ਅਸਾਂ ਨੇ ਉਸ ਤੋਂ ਮੰਗਿਆ ਸੋ ਪਾਇਆ ਹੈ। ਪਿਆਰੋ, ਪਰਮੇਸ਼ਵਰ ਦੇ ਪੁੱਤਰ ਦੇ ਦਿੱਤੇ ਹੋਏ ਅਧਿਕਾਰ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਕਰੀਏ। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀ? ਮੈਂ ਇੱਕ ਹੋਰ ਵਚਨ ਯਹੋਨਾ ਦੀ ਅੰਜੀਲ ਉਸ ਦੇ 14 ਅਤੇ 15 ਦੇ ਵਿੱਚੋਂ ਵੀ ਆਪ ਦੇ ਨਾਲ ਮੈਂ ਗੱਲ ਕਰਾਂਗਾ। 15 ਦੀ ਪਹਿਲਾ 7 ਦੇ ਵਿੱਚ ਮੈਂ ਆਪ ਦੇ ਨਾਲ ਗੱਲ ਕਰਾਂਗਾ। ਇੱਥੇ 15 ਦੀ 7 ਦੇ ਵਿੱਚ ਲਿਖਿਆ ਹੈ, ਸੌਰੀ, ਹਾਂ, ਪੰਦਰਾਂ ਦੀ 7 ਵਿੱਚ ਲਿਖਿਆ ਹੈ, ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ ਬਣਿਆ ਰਹੇ ਤਾਂ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਹੋ ਜਾਵੇਗਾ, ਯਕੀਨਨ ਹੋ ਜਾਵੇਗਾ। ਪਰ ਇਹ ਹੋਵੇਗਾ ਕਿੱਦਾਂ? ਇਹਦੇ ਵੀ ਆਪਣਾ ਗੱਲ 16 ਦੇ ਵਿੱਚ ਕਹਿੰਦਾ, ਤੁਸੀਂ ਕਹਿੰਦਾ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਤੇ ਨਿਯੁਕਤ ਕੀਤਾ ਕਿ ਤੁਸੀਂ ਜਾ ਕੇ ਫਲ ਲਿਆਓ ਤੇ ਤੁਹਾਡਾ ਫਲ ਬਣਿਆ ਰਹੇ, ਕਿ ਤੁਸੀਂ ਮੇਰੇ ਨਾਮ ਤੋਂ ਜੋ ਕੁਝ ਪਿਤਾ ਤੋਂ ਮੰਗੋ ਉਹ ਤੁਹਾਨੂੰ ਦੇਵੇਗਾ। ਮੇਰੇ ਪਿਆਰੇ ਅਸੀਸ, ਪਰਮੇਸ਼ਵਰ ਨੇ ਆਪਣੇ ਅਧਿਕਾਰ ਦਾ ਸਹੀ ਅਰਥ, ਸਹੀ ਮੂਲ ਮੈਨੂੰ ਸਮਝਾ। ਜੋ ਕੁਝ ਤੁਸੀਂ 7 ਦੇ ਵਿੱਚ, ਫਿਰ ਮੈਂ ਪੜ੍ਹ ਰਿਹਾ, ਜੋ ਕੁਝ ਤੁਸੀਂ ਮੰਗੋ ਉਹਦੇ ਲਈ ਪਹਿਲਾਂ ਤੁਸੀਂ ਉਹਦੇ ਵਿੱਚ ਬਣੇ ਰਹਿਣਾ। ਕਿਹਦੇ ਵਿੱਚ? ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਕਰਨਾ, ਯਿਸੂ ਮਸੀਹ ਵਿੱਚ ਬਣੇ ਰਹਿਣਾ। ਉਸ ਤੋਂ ਬਾਅਦ ਕਹਿੰਦਾ ਮੇਰੇ ਵਚਨ ਵਿੱਚ ਬਣੇ ਰਹਿਣਾ। ਵਚਨ, ਇਹ ਵਚਨ, ਇਹ ਮੈਨੂੰ ਹਦਾਇਤ ਦਿੱਤੀ ਹੋਈ ਹੈ। ਇਹ ਵਚਨ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਵਿੱਚ ਬਣੇ ਰਹਿਣ ਦੇ ਲਈ, ਪਰਮੇਸ਼ਰ ਦੇ ਨਾਲ ਚੱਲਣ ਦੇ ਲਈ, ਪਰਮੇਸ਼ਰ ਦੇ ਬਾਣੀ ਦੇ ਨਾਲ ਆਪਣੇ ਲਫ਼ਜ਼ਾਂ ਨੂੰ ਬੋਲਣ ਦੇ ਲਈ ਦਿੱਤਾ ਗਿਆ ਹੈ, ਤਾਂ ਕਿ ਮੇਰੀ ਪਹਿਚਾਨ ਪਰਮੇਸ਼ਰ ਦੇ ਸਨਮੁਖ ਪਰਮੇਸ਼ਰ ਪੁੱਤਰ ਜਿਹੀ ਹੋ ਸਕੇ।
क्योंकि जदों परमेश्वर देखता है तो मेरे विच अपने पुत्र यस्सु मसीह नूं देखदा है। क्यों? क्योंकि पौलुस ने भी कहा गलातियां 2:20 दे विच, हुण मैं जिंदा नहीं, मेरे विच मसीह जिंदा है जिसने मैनू मेरे लिए अपने आप नूं कालवरी क्रूस के उत्ते दे दिता। हुण मैं जो जीवन भोगदा हाँ मैं उसे दे विच भोगदा हाँ। हुण मेरा अपना जीवन नहीं, हुण उसे दा है। जदों उस दे विच असीं अधिकार दे नाल प्रार्थना करते हैं, उसे दे विच अधिकार दे नाल कारज करते हैं, उसे दे विच अधिकार दे नाल विश्वास विच चलते हैं, तां प्यारो वो कदी असफल नहीं होता, वो सक्सैस हो जाता है, सफल हो जाता है। इसलिए परमेश्वर दे दिते हुए उस अधिकार नूं विश्वास दे नाल अपने जीवन दे विच इस्तेमाल करो, फिर उहदे काम देखो। फिर तुसी कह सकते हो हाँ परमेश्वर दा अधिकार मेरे विच क्रियाशील है और मैं उस अधिकार दे कार्य अपने जीवन दे विच देखदा और समाज उस नूं देख के मेरे पिता दी अते परमेश्वर पुत्र दे कीते हुए कार्यां दे विच विश्वास करके जीवन बतीत करता है। इसलिए विश्वास करो यस्सु मसीह ते, विश्वास करके अपना जीवन उसनूं सौंप दिओ। फिर उस अधिकार नूं जो उसने मेरे अते आप दे लई दिता है कि परमेश्वर दी इच्छा दे नाल यस्सु मसीह दे नाम दे नाल करो तां तुसीं सफल हो जाओगे, उसका प्रतिफल पाओगे। परमेश्वर आप नूं उसदे अधिकार दो जो प्रभु यस्सु मसीह विच दिता गया इस्तेमाल करन दे लई आप दी मदद करे। जय मसीह दी। मरानाथा।